गुरु रूप प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक रचना है श्री गुरु हरगोबिंद साहब जी महाराज के जीवन प्रसंग। आओ उस दा अगला हिस्सा सरवण करने की कोशिश करिए जी। 24वां है किला ग्वालियर का हाल वर्णन। कुछ समा इस तरह बीत गया। भाई साईं दास ते नारायण दास जो तिखे घोड़े लैके वाहो दाई मंजिलां कढ़दे ग्वालियर पहुँचे से हुण मुड़ आए से। इन्हां दे आयां सब नूं ठंड पै गई। परिवार विच तां सारा हाल आउंदे सार दस्सिया, पर संगत नूं जो बहुत जुड़ रही सी अर पपीहे वत गुरु सोए दी स्वांति बूंद नूं तरस रही सी, दीवान विच रहरास दे भोग पए सारा हाल इउं सुणाया। साध संगत जी, गुरु जी दे कौतक अश्चर्ज हन। असी अल्पग जीव उन्हां दे खेलां नूं नहीं समझदे। असी तां उन्हां दे किले विच बंद होना सुन के अत डर गए से, पर गुरु जी जो आए ही लोकां दे उधार वास्ते हन, हर कौतक विच जगत दा उधार करदे हन। किसे नूं संकल्प मात्र नाल तारदे हन, किसे नूं दृष्टि मात्र नाल, किसे नूं रसना नाल निहाल करदे हन, किसे नूं उपकार करके किसे ਲਈ ਖੜਕ ਤਾਰਦੇ ਹਨ ਅਤੇ ਕਿਸੇ ਲਈ ਆਪ ਬੰਦੀ ਵਿੱਚ ਪੈ ਜਾਂਦੇ ਹਨ। ਪਾਤਸ਼ਾਹ ਤਾਂ ਆਪਣੇ ਰਾਜ ਦੇ ਫਿਕਰ ਵਿੱਚ ਸੱਚ ਤੋਂ ਮੂੰਹ ਮੋੜ ਕੇ ਚਾਲਾਂ ਨਾਲ ਨਾਤਾ ਜੋੜਦੇ ਹਨ, ਪਰ ਸਾਈਂ ਲੋਕ ਆਪਣਾ ਕਾਰਜ ਸੱਚ ਤੇ ਪ੍ਰੇਮ ਨਾਲ ਕਰਦੇ ਹੀ ਤੁਰੇ ਜਾਂਦੇ ਹਨ। ਗਵਾਲੀਅਰ ਦਾ ਕਿਲਾ ਇੱਕ ਤਰ੍ਹਾਂ ਦਾ ਰਾਜਸੀ ਬੰਦੀ ਘਰ ਬਣ ਗਿਆ ਹੈ। ਉੱਥੇ ਰਾਜੇ ਮਹਾਰਾਜੇ ਅਮੀਰ ਜਾਗੀਰਦਾਰ ਜੋ ਪਾਤਸ਼ਾਹੀ ਕਹਿ ਹੇਠਾਉਂਦੇ ਹਨ ਬੰਦ ਕੀਤੇ ਜਾਂਦੇ ਹਨ, ਔਰ ਅਕਸਰ ਲੋਕ ਬੇਗੁਨਾਹ ਉੱਥੇ ਕੈਦ ਹਨ। ਫਿਰ ਕਿਹਾ ਤਾਂ ਇਹ ਜਾਂਦਾ ਹੈ ਕਿ ਉਹਨਾਂ ਲਈ ਸਾਰੇ ਆਰਾਮ ਦੇ ਸਾਧਨ ਉੱਥੇ ਹਨ, ਔਰ ਉਹ ਕੈਦ ਨਹੀਂ ਹਨ, ਕੇਵਲ ਨਜ਼ਰਬੰਦ ਹਨ। ਪਰ ਅਸਲ ਗੱਲ ਇਹ ਹੈ ਕਿ ਉਹ ਧੋਖੇ ਨਾਲ ਮਾਰੇ ਪਏ ਹਨ। ਉਹਨਾਂ ਦੀ ਦਸ਼ਾ ਕੈਦੀਆਂ ਨਾਲੋਂ ਬੁਰੀ ਹੈ। ਉੱਥੇ ਅਪਰਾਧੀ ਲੋਕ ਨਹੀਂ ਹਨ, ਪਰ ਕੇਵਲ ਉਹ ਜਿਨ੍ਹਾਂ ਪਰ ਪਾਤਸ਼ਾਹ ਨੂੰ ਕੋਈ ਝੂਠਾ ਸੱਚਾ ਸ਼ੱਕ ਪੈ ਗਿਆ ਹੋਵੇ। ਉਹ ਸ਼ੱਕ ਦੂਰ ਕਰਨ ਦੇ ਸਮੇਂ ਤੱਕ ਕੈਦ ਕੀਤੇ ਜਾਂਦੇ ਹਨ, ਪਰ ਫਿਰ ਕੋਈ ਨਹੀਂ ਪੁੱਛਦਾ ਕਿ ਕੀ ਹੋਇਆ ਅਤੇ ਕੀ ਬਣੇਗਾ। ਵਿਚਾਰੇ ਉੱਥੇ ਹੀ ਸੜ ਮਰਦੇ ਹਨ। ਕਿਸੇ ਵਜ਼ੀਰ ਅਮੀਰ ਨੇ ਕਿਸੇ ਤੋਂ ਬਦਲਾ ਲੈਣਾ ਹੋਵੇ ਤਦ ਪਾਤਸ਼ਾਹ ਨੂੰ ਕਿਸ ਫਰੇਬ ਵਿੱਚ ਲਿਆ ਕੇ ਵੈਰੀ ਨੂੰ ਗਵਾਲੀਅਰ ਭਿਜਵਾ ਦਿੱਤਾ। ਬਸ ਫਿਰ ਕਿਨ ਸੁਧ ਲੈਣੀ ਹੈ। ਉੱਥੋਂ ਦੇ ਦੁੱਖ ਕਹੇ ਨਹੀਂ ਜਾਂਦੇ। ਬੜੇ ਬੜੇ ਅਮੀਰਾਂ ਦੇ ਪੁੱਤਰ, ਮਾਵਾਂ ਦੇ ਇਕਲੌਤੇ ਲਾਲ, ਭੈਣਾਂ ਦੇ ਨਿਰਦੋਸ਼ ਵੀਰ ਤੇ ਇਸਤਰੀਆਂ ਦੇ ਪ੍ਰਾਣ ਪਿਆਰੇ ਪਤੀ ਵਰ੍ਹਿਆਂ ਤੋਂ ਵਿਛੜੇ ਪਏ ਵਿਲਪ ਰਹੇ ਹਨ। ਕੱਪੜੇ ਉਹਨਾਂ ਦੇ ਮੈਲੇ, ਅੰਨ ਮੋਟਾ ਤੇ ਕਿਲੇ ਤੋਂ ਬਾਹਰ ਨਿਕਲਣਾ ਬੰਦ ਹੈ। ਐਸੇ ਮਹਾਂ ਸੰਕਟ ਵਿੱਚ ਫਸੇ ਨਿਰਦੋਸ਼ੀਆਂ ਦੀ ਕਲਿਆਣ ਨਿਮਿਤ ਸਾਡੇ ਗੁਰੂ ਗੁਸਾਈ ਆਪ ਬੰਦੀ ਵਿੱਚ ਪਏ ਹਨ। ਜਿਕੂ ਸੱਚਖੰਡ ਵਿੱਚੋਂ ਸਾਡਾ ਉਧਾਰ ਕਰਨ ਵਾਸਤੇ ਮਨੁੱਖ ਬਣ ਕੇ ਮਾਤ ਲੋਕ ਵਿੱਚ ਆਏ, ਇਸੇ ਤਰ੍ਹਾਂ ਮਾਤ ਲੋਕ ਦੀ ਖੁੱਲ੍ਹ ਦੇ ਮੰਡਲ ਵਿੱਚੋਂ ਨਿਕਲ ਕੇ ਗਵਾਲੀਅਰ ਦੇ ਬੰਦੀ ਘਰ ਵਿੱਚ ਬੰਦੀ ਹੋ ਕੇ ਪਹੁੰਚੇ ਹਨ। ਸਭ ਤੋਂ ਪਹਿਲੇ ਤਾਂ ਕਿਲੇ ਦੇ ਕਿਲੇਦਾਰ ਹਰਿਦਾਸ ਨੂੰ ਸੁਮਤ ਬਖਸ਼ੀ ਨੇ ਤੇ ਉਸ ਦੀ ਆਤਮਾ ਵਿੱਚ ਇਨਸਾਫ ਤੇ ਦਇਆ ਦਾ ਭਾਵ ਭਰਿਆ ਨੇ। ਹੁਣ ਉਸ ਦੇ ਮਨ ਪਰਮੇਸ਼ਰ ਦਾ ਭੈ ਪਿਆ ਹੈ, ਔਰ ਉਹ ਸਮਝਦਾ ਹੈ ਕਿ ਜੋ ਦੁੱਖ ਇਹਨਾਂ ਬੰਦੀਆਂ ਨੂੰ ਹੈ, ਜੇ ਮੈਂ ਬੰਦੀ ਵਿੱਚ ਹੋਵਾਂ ਤਦ ਇਸ ਦੁੱਖ ਨੂੰ ਕੀ ਸਮਝਾਂ। ਇਸ ਤਰ੍ਹਾਂ ਦੇ ਉਪਦੇਸ਼ਾਂ ਤੇ ਗੁਰੂ ਜੀ ਦੀ ਮਿਹਰ ਨਾਲ ਉਸ ਨੂੰ ਸਮਝ ਆ ਗਈ ਹੈ। ਉਹ ਸਿਮਰਨ ਵੱਲ ਲੱਗ ਪਿਆ ਹੈ ਤੇ ਦਇਆ ਵੀ ਉਸ ਵਿੱਚ ਆ ਗਈ ਹੈ। ਹੁਣ ਉੱਥੋਂ ਦੇ ਕੈਦੀ ਦੁਖੀ ਦਲਿਦਰੀ ਨਹੀਂ ਹਨ, ਪਰ ਸੁਥਰੇ ਰਹਿਣ ਵਾਲੇ ਅਮੀਰਾਂ ਦੇ ਪੁੱਤਰ ਹਨ ਤੇ ਕਿਸੇ ਬਾਤ ਦੀ ਤੰਗੀ ਨਹੀਂ ਹੈ। ਪਰ ਉਹਨਾਂ ਦੇ ਮਨ ਕਠੋਰ ਤੇ ਸੰਸਾਰਕ ਸਨ ਤੇ ਉੱਤੋਂ ਪੈ ਗਈ ਸਰੀਰ ਦੀ ਕੈਦ। ਸੋ ਸਤਿਗੁਰੂ ਜੀ ਦੋਹਾਂ ਦਾ ਦਾਰੂ ਕਰ ਰਹੇ ਹਨ। ਰੋਜ਼ ਦੀਵਾਨ ਲੱਗਦਾ ਹੈ। ਮਹਾਰਾਜ ਜੀ ਅੰਮ੍ਰਿਤ ਵਰਖਾ ਕਰਦੇ ਹਨ। ਕੀਰਤਨ ਹੁੰਦਾ ਹੈ, ਜਿਸ ਦੇ ਕਿ ਅਸਰ ਨਾਲ ਸਾਰੇ ਲੋਕਾਂ ਦੇ ਮਨ ਸਾਫ਼ ਹੋ ਰਹੇ ਹਨ। ਗੁਰੂ ਜੀ ਕਹਿੰਦੇ ਹੀ ਨਹੀਂ, ਸਗੋਂ ਕਰਕੇ ਵਿਖਾਉਂਦੇ ਹਨ। ਕਿਲੇ ਵਿੱਚ ਜਾ ਕੇ ਸਤਿਗੁਰਾਂ ਨੇ 3 ਦਿਨ ਅੰਨ ਨਹੀਂ ਖਾਧਾ। ਕਿਹਾ ਕਿ ਇਹ ਜ਼ੁਲਮ ਨਾਲ ਇਕੱਠੀ ਕੀਤੀ ਹੋਈ ਰਾਜ ਅੰਸ਼ ਹੈ। ਇਸ ਤਰ੍ਹਾਂ ਪਹਿਲੇ ਸਤਿਗੁਰਾਂ ਨੇ ਮਲਕ ਭਾਗੋ ਦੀ ਰਾਜ ਅੰਸ਼ ਅੰਗੀਕਾਰ ਨਹੀਂ ਸੀ ਕੀਤੀ, ਪਰ ਭਾਈ ਲਾਲੋ ਦਾ ਕੋਦਰਾ ਖਾਧਾ ਸੀ
ਤਿਵੇਂ ਸਤਿਗੁਰਾਂ ਨੇ ਇੱਥੇ ਰਾਜਸੀ ਅੰਨ ਜਿਨ੍ਹਾਂ ਵਿੱਚ ਗਰੀਬਾਂ ਦੇ ਲਹੂ ਦਾ ਰੰਗ ਭਰਿਆ ਪਿਆ ਹੈ ਨਹੀਂ ਖਾਧਾ। ਅੰਤ ਜਦ ਭਾਈ ਜੇਠੇ ਪਿਰਾਣੇ ਨੇ ਅਤ ਬੇਨਤੀ ਕੀਤੀ ਤਦ ਸਤਿਗੁਰਾਂ ਨੇ ਕਿਹਾ ਕਿ ਤੁਸੀਂ ਜਾ ਕੇ 10 ਨਵਾਂ ਦੀ ਮਿਹਨਤ ਕਰਕੇ ਮਜ਼ਦੂਰੀ ਦੇ ਪੈਸੇ ਕਮਾਓ, ਉਸ ਦਾ ਅੰਨ ਬਣਾਓ, ਆਪ ਵੀ ਛਕੋ ਤੇ ਅਸੀਂ ਵੀ ਛਕਾਂਗੇ। ਦੋਵੇਂ ਪ੍ਰੇਮੀ ਸ਼ਹਿਰ ਜਾ ਕੇ ਕਿਰਤ ਕਰਦੇ ਹਨ ਔਰ ਕਿਰਤ ਦਾ ਸੁੱਚਾ ਭੋਜਨ, ਦੁੱਧ ਦੀਆਂ ਧਾਰਾਂ ਵਾਲਾ ਭੋਜਨ ਲਿਆ ਕੇ 6ਵੇਂ ਗੁਰੂ ਨਾਨਕ ਨੂੰ ਛਕਾਉਂਦੇ ਹਨ। ਇਸ ਕਰਨੀ ਨੂੰ ਵੇਖ ਕੇ ਸਭ ਲੋਕ ਅਸਚਰਜ ਹਨ। ਉਹਨਾਂ ਦੀ ਰਹਿਣੀ ਬਹਿਣੀ ਤੇ ਆਤਮ ਸੱਤਿਆਂ ਨੂੰ ਵੇਖ ਕੇ ਸਾਰੇ ਨਿਸ਼ਚੇ ਵਿੱਚ ਆ ਗਏ ਹਨ ਕਿ ਗੁਰੂ ਜੀ ਐਸੇ ਸੰਕਟ ਵਿੱਚ ਵੀ ਆਪਣੇ ਅਸੂਲਾਂ ਤੋਂ ਨਹੀਂ ਡਿੱਗਦੇ। ਮਹਾਰਾਜ ਜੀ ਨੇ ਉਹਨਾਂ ਸਰਦਾਰਾਂ ਅਮੀਰਾਂ ਨੂੰ ਦੱਸ ਦਿੱਤਾ ਹੈ ਕਿ ਜੋ ਮਾਇਆ ਤੁਹਾਡੇ ਪਾਸ ਹੈ ਇਹ ਪਰਜਾ ਦੀ ਹੈ, ਤੁਹਾਡੀ ਨਹੀਂ ਹੈ। ਤੁਸੀਂ ਇਸ ਨੂੰ ਆਪਣੀ ਸਮਝਦੇ ਹੋ ਪਰ ਇਹ ਪਰਾਈ ਹੈ। ਜਿਤਨੇ ਕਲੇਸ਼ ਤੁਹਾਨੂੰ ਹਨ ਇਸ ਪਰਾਈ ਨੂੰ ਆਪਣੀ ਕਰਨ ਦੇ ਹਨ। ਜੇ ਤੁਸੀਂ ਪਰਜਾ ਦੇ ਸੇਵਕ ਬਣੋ ਔਰ ਪਰਜਾ ਦਾ ਧਨ ਪਰਜਾ ਤੋਂ ਨਾ ਖੋਵੋ ਤੇ ਜੋ ਹਾਲੇ ਦਾ ਉਹਨਾਂ ਤੋਂ ਲਵੋ, ਉਹਨਾਂ ਦੇ ਸੁੱਖਾਂ ਵਿੱਚ ਖਰਚ ਕਰੋ, ਤਦ ਤੁਹਾਡੀ ਆਤਮਾ ਸੁਖੀ ਹੋਵੇ ਔਰ ਪਰਜਾ ਵੀ ਸੁਖੀ ਵਸੇ। ਜਿਸ ਸਲੂਕ ਤੋਂ ਤੁਸੀਂ ਇੱਥੇ ਹੋ ਤੇ ਦੁਖੀ ਹੋ, ਸਮਝ ਲਓ ਕਿ ਤੁਹਾਡੇ ਐਸੇ ਸਲੂਕਾਂ ਤੋਂ ਤੁਹਾਡੀ ਪਰਜਾ ਤੁਹਾਡੇ ਵਾਂਗੂ ਦੁਖੀ ਹੁੰਦੀ ਹੋਵੇਗੀ। ਜੇ ਤੁਹਾਨੂੰ ਦੇਸ਼ ਦੇ ਸ਼ਹਿਨਸ਼ਾਹ ਤੇ ਰੋਸ ਹੈ ਤਦ ਸਮਝ ਲਓ ਕਿ ਤੁਹਾਡੇ ਬੁਰੇ ਸਲੂਕ ਤੋਂ ਤੁਹਾਡੀ ਪਰਜਾ ਨੂੰ ਤੁਹਾਡੇ ਤੇ ਰੋਸ ਹੁੰਦਾ ਹੋਊ। ਫਿਰ ਜਦ ਇਹ ਗੱਲ ਹੈ ਤਾਂ ਤੁਸੀਂ ਕਿਉਂ ਨਾ ਦੂਸਰਿਆਂ ਨਾਲ ਨੇਕ ਸਲੂਕ ਕਰੋ। ਜਦ ਤੁਹਾਡਾ ਜੀ ਸੁਖ ਲੈਣਾ ਲੋਚਦਾ ਹੈ, ਤੁਸੀਂ ਆਪ ਤਾਂ ਸੁਖ ਲੈਣ ਦੀ ਇੱਛਾ ਰੱਖਦੇ ਹੋ ਤੇ ਦੇਂਦੇ ਦੁੱਖ ਹੋ। ਕੀ ਤੁਸੀਂ ਵੇਹੋ ਨਹੀਂ ਬੀਜਦੇ ਤੇ ਅੰਮ੍ਰਿਤ ਵੱਢਣ ਦੀ ਆਸ ਕਰਨ ਵਿੱਚ ਭੁੱਲ ਨਹੀਂ ਕਰਦੇ। ਇਸ ਪ੍ਰਕਾਰ ਦੇ ਉਪਦੇਸ਼ ਹੁੰਦੇ ਰਹਿੰਦੇ ਹਨ ਜਿਨ੍ਹਾਂ ਦਾ ਅਸਰ ਇਹ ਪਿਆ ਕਿ ਸਭ ਕੈਦੀਆਂ ਦੀ ਮੂਰਖਤਾ ਦੇ ਛੋੜ ਕੱਟੇ ਗਏ ਹਨ। ਸਭ ਤਰਸਦੇ ਹਨ ਕਿ ਇੱਕ ਵਾਰੀ ਛੁਟਕਾਰਾ ਮਿਲੇ ਤਦ ਆਪਣੇ ਆਪਣੇ ਇਲਾਕਿਆਂ ਵਿੱਚੋਂ ਦਿਲੋਂ ਸੰਨਿਆਸੀ ਹੋ ਕੇ ਰਾਜ ਕਰੀਏ ਔਰ ਪਰਜਾ ਨੂੰ ਉਹ ਸੁਖ ਦੇਈਏ ਕਿ ਦੁੱਖ ਦਾ ਨਾਮ ਨਾ ਰਹੇ। ਸੋ ਪਿਆਰਿਓ, ਐਡੇ ਕਰੜੇ ਕਿਲੇ ਦੇ ਦਰੋਗੇ ਹਰਿਦਾਸ ਦਾ ਜੀਵਨ ਸੁਧਾਰ ਦੇਣਾ, ਹਜ਼ਾਰਾਂ ਨਿਰ ਅਪਰਾਧ ਲੋਕਾਂ ਦਾ ਭਲਾ ਕਰਨਾ ਹੈ। ਫਿਰ ਕੈਦੀਆਂ ਨੂੰ ਸੱਚੀ ਜ਼ਿੰਦਗੀ ਵਿੱਚ ਜਨਮ ਦੇਣਾ ਕਿਤਨੇ ਜੀਵਾਂ ਦਾ ਭਲਾ ਹੈ ਜਿਨ੍ਹਾਂ ਨੂੰ ਉਹਨਾਂ ਨਾਲ ਵਾਹ ਪੈਣਾ ਹੈ। ਫਿਰ ਵੇਖੋ ਸਤਿਗੁਰੂ ਜੀ ਇਸ ਆਸ਼ੇ ਵਿੱਚ ਬੈਠੇ ਹਨ ਕਿ ਜਦ ਤੱਕ ਪਾਤਸ਼ਾਹ ਸਾਰੇ ਕੈਦੀਆਂ ਨੂੰ ਨਾ ਛੱਡਿਆ ਸੀ ਇੱਥੋਂ ਨਹੀਂ ਨਿਕਲਣਾ। ਅਸੀਂ ਸਵਾਰਥੀ ਨਹੀਂ ਹਾਂ ਜੋ ਆਪਣੇ ਛੁਟਕਾਰੇ ਦੇ ਪਿਆਰੇ ਹਾਂ। ਅਸੀਂ ਤਾਂ ਦੁੱਖ ਨਹੀਂ ਦੇਖ ਸਕਦੇ। ਇੱਥੇ ਅਸੀਂ ਆਏ ਹਾਂ, ਅਸੀਂ ਚਾਹੁੰਦੇ ਹਾਂ ਕਿ ਇੱਥੋਂ ਦਾ ਦੁੱਖ ਦੂਰ ਹੋਵੇ, ਨਾ ਕਿ ਅਸੀਂ ਨਿਰੇ ਇਸ ਦੁੱਖ ਤੋਂ ਛੁੱਟ ਜਾਈਏ ਤੇ ਹੋਰ ਫਸੇ ਰਹਿਣ। ਇਹ ਗੱਲ ਸਾਰੇ ਰਾਜਸੀ ਕੈਦੀਆਂ ਨੂੰ ਪਤਾ ਹੈ ਤੇ ਗੁਰੂ ਜੀ ਨੂੰ ਉਹ ਬੰਦੀ ਛੋੜ ਕਹਿਣ ਲੱਗ ਪਏ ਹਨ। ਭਾਈ ਬੁੱਢਾ ਜੀ ਨੂੰ ਗੁਰੂ ਜੀ ਨੇ ਆਪਣੀ ਸੈਨਾ ਤੇ ਘੋੜਿਆਂ ਸਮੇਤ ਦਿੱਲੀ ਛੱਡਿਆ ਹੈ ਕਿ ਜਦੋਂ ਤੱਕ ਨਾ ਸੱਦਾਂਗੇ ਤਦੋਂ ਤੱਕ ਉੱਥੇ ਹੀ ਠਹਿਰੋ। ਦਾਸਾਂ ਨੂੰ ਆਗਿਆ ਹੋਈ ਸੀ ਕਿ ਛੇਤੀ ਅੰਮ੍ਰਿਤਸਰ ਜਾਓ। ਮਾਤਾ ਜੀ, ਸਭ ਸਿੱਖ ਸੰਗਤ ਪਰਿਵਾਰ ਨੂੰ ਧੀਰਜ ਦਿਓ ਕਿ ਅਸੀਂ ਸਹੀ ਸਲਾਮਤ ਆਵਾਂਗੇ, ਫਿਕਰ ਨਾ ਕਰੋ। ਸੋ ਹੈ ਪਿਆਰੇ ਮਿੱਤਰੋ ਤੇ ਵਡੇਰੇ ਸੱਜਣੋ, ਸਤਿਗੁਰਾਂ ਦੇ ਕੌਤਕਾਂ ਪਰ ਘਬਰਾਉਣ ਦੀ ਥਾਂ ਨਹੀਂ। ਉਹਨਾਂ ਦਾ ਹਰ ਖੇਲ ਐਸਾ ਪ੍ਰਯੋਜਨ ਵਾਲਾ ਹੁੰਦਾ ਹੈ ਕਿ ਅਸੀਂ ਸਮਝ ਨਹੀਂ ਸਕਦੇ ਔਰ ਆਪਣੀ ਅਲਪਗਤਾ ਦੇ ਕਾਰਨ ਛੇਤੀ ਹੀ ਘਾਬਰ ਜਾਂਦੇ ਹਾਂ ਤੇ ਡੋਲਦੇ ਹਾਂ। ਸ੍ਰੀ ਗੁਰੂ ਜੀ ਉਹਨਾਂ ਦੀਨ ਦੁਖੀਆਂ ਦੀ, ਜਿਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਸੀ, ਕਲਿਆਣ ਕਰਕੇ ਛੇਤੀ ਆ ਕੇ ਸਾਨੂੰ ਦਰਸ਼ਨ ਦੇਣਗੇ। 25ਵਾਂ ਹੈ ਬੰਦੀ ਛੋੜ। ਗੁਰੂ ਜੀ ਦੇ ਗਵਾਲੀਅਰ ਜਾਣ ਤੋਂ ਚੰਦੂ ਬੜਾ ਪ੍ਰਸੰਨ ਹੋਇਆ। ਜੋਤਸ਼ੀ ਨੂੰ ਖੁੱਲ੍ਹੇ ਇਨਾਮ ਦਿੱਤੇ। ਮਕੜੀ ਵਾਂਗ ਜਾਲ ਵਿਛਾ ਕੇ ਉਸਨੇ ਬਾਦਸ਼ਾਹ ਤੱਕ ਗੁਰੂ ਜੀ ਦੇ ਸਮਾਚਾਰ ਪੁੱਜਣ ਵਿੱਚ ਰੁਕਾਵਟ ਪਾ ਦਿੱਤੀ। ਬਾਦਸ਼ਾਹ ਵੱਲੋਂ ਜੋ ਰੋਜ਼ੀਨਾ ਨੀਅਤ ਸੀ ਉਹ ਬਕਾਇਦਾ ਪੁੱਜ ਜਾਂਦਾ ਰਿਹਾ, ਪਰ ਬਾਦਸ਼ਾਹ ਨੂੰ ਇਹ ਗੱਲ ਇੱਕ ਤਰ੍ਹਾਂ ਨਾਲ ਭੁਲਾ ਦਿੱਤੀ ਗਈ ਕਿ ਉਸਨੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜਿਆ ਹੋਇਆ ਹੈ। ਸਿੱਖ ਗੁਰੂ ਜੀ ਦੇ ਦਰਸ਼ਨਾਂ ਤੋਂ ਵੰਚਿਤ ਹੋ ਜਲ ਬਿਹੂਨ ਮੱਛਲੀ ਵਾਂਗ ਤੜਫੜਾ ਉੱਠੇ। ਸੰਗਤਾਂ ਗਵਾਲੀਅਰ ਪੁੱਜਣ ਤੇ ਆਪਣੀਆਂ ਸ਼ਰਧਾ ਦੱਸਣ ਲੱਗੀਆਂ। ਮੁਖੀ ਸਿੱਖਾਂ ਵਿੱਚ ਇਸ ਗੱਲ ਦੀ ਚਰਚਾ ਚੱਲੀ। ਭਾਈ ਪਿਰਾਣਾ ਤੇ ਜੇਠਾ ਜੀ ਤੋਂ ਗੁਰੂ ਜੀ ਦਾ ਵਿਛੋੜਾ ਨਾ ਸਹਾਰਿਆ ਗਿਆ। ਆਤਮ ਸਤਿਅਤਾ ਨਾਲ ਉਹਨਾਂ ਨੇ ਬਾਦਸ਼ਾਹ ਨੂੰ ਸੁਪਨੇ ਵਿੱਚ ਡਰਾਇਆ। ਸ਼ੇਰ ਦੇ ਸੁਪਨੇ ਤੋਂ ਬਾਦਸ਼ਾਹ ਬੜਾ ਵਿਆਕੁਲ ਹੋਇਆ।
परंतु चंदू ते ओदे साथियां ने इस तो भी लाभ उठाया ते बादशाह नूं कहा कि नजूमी ने जिहड़ी तुहानूं गल दसी सी वो ठीक है, तुहाडे ते अजकल माड़े ग्रह आए हुए हैं। गुरु हरगोबिंद साहब नूं कुछ चिर गवालियर होर बैठे रहण देना चाहिदा है, जो उन्हां दे जप नाल तुहाडी बला टल जाए। भाई जेठे ने जद वेख्या कि शेर दे डर दे होर अर्थ ले गए हैं, तद ਉਹ हकीम बन के बादशाह पास पुजा। उसनूं ਉਹਦੇ रोग ਦੀ सारी हकीकत दसी ਤੇ ਉਹਦਾ इलाज दस्या कि जे कदी गुरु हरगोबिंद साहब ਨੂੰ ਗਵਾਲੀਅਰ ਤੋਂ ਛੇਤੀ ਨਾ ਸੱਦਿਆ ਗਿਆ तद ਤੁਹਾਡੀ जान ਦੀ खैर नहीं। ਇਹ ਗੱਲ ਸੁਣ ਬਾਦਸ਼ਾਹ ਦੇ ਦਿਲ ਲੱਗੀ ਤੇ ਵਜ਼ੀਰ ਖਾਨ ਨੂੰ, ਜੋ ਗੁਰੂ ਸਾਹਿਬ ਦਾ ਸ਼ਰਧਾਲੂ ਤੇ ਬਾਦਸ਼ਾਹ ਦਾ ਵਜ਼ੀਰ ਸੀ, ਸੱਦ ਕੇ ਗੁਰੂ ਪਾਸ ਭੇਜਿਆ। ਇਸਨੇ ਬੇਨਤੀ ਕੀਤੀ ਕਿ ਬਾਦਸ਼ਾਹ ਆਪ ਦੇ ਦਰਸ਼ਨਾਂ ਦੀ ਤਾਂਘ ਕਰ ਰਿਹਾ ਹੈ, ਕਿਰਪਾ ਕਰੋ ਤੇ ਦਰਸ਼ਨ ਦੇਵੋ। उत्तर विच गुरु कयो स्थान सुखारे, एकल सिमरै सिरजनहारे। हम जबकि इस दुर्ग प्रवेश है, निरव कैदी सुख पाए विशेष है। गुर प्रताप सूरज। इत्थे एकांत विच बैठे वाहिगुरू चिंतन कर रहे हाँ। जद तो असी इत्थे आए हाँ, इत्थे दे कैदी राजियां दे कष्ट घट गए हैं, इस करके असी सुखी हाँ। गुरु जी दा ये उत्तर सुन के वजीर खान वापस आया ते बादशाह नूं सारी हकीकत दसी। बादशाह अपनी पीड़ा दे हथों व्याकुल सी, ਉਹਦੇ ਲਈ कुछ दिन होर ठहरना कठिन सी। वजीर खान नूं दूजी वेर फिर भेजिया। गवालियर दे किले दे कैदियां नूं पता लगा कि बादशाह सतगुरु जी नूं सद रहा है। इस खबर तो चिंतातुर और व्याकुल होए, छोर धीर मन शोक परोए, होए इकत्तर सगले चल आए, कर दर्शन पायन लपटाए, दो कर जोर अगारी खरें, नमर होए किन सिर तर तरें, दीन बचन के गियावत कोई, सिर गुर तुम ते बड़ो न होई, के हमको अब आन छुटावे, रक्षक तुम बिन अवर न पावें। गुर प्रताप सूरज। सतगुरु जी ने कैदी राजियां दी बेनती सुन के उन्हां नूं धीरज दिता ते फरमाया कि चिंता ना करो, ਅਸੀਂ ਜੇ ਜਾਵਾਂਗੇ ਤਾਂ ਤੁਹਾਨੂੰ ਨਾਲ ਲੈ ਕੇ ਚੱਲਾਂਗੇ। ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋ, ਕਿਉਂਕਿ ਉਹੀ ਸੁੱਖਾਂ ਦੀ ਰਾਸ ਤੇ ਬਨਖਲਾਸ ਕਰਨ ਵਾਲਾ ਹੈ। ਵਜ਼ੀਰ ਖਾਨ ਨਿਰਾਸ਼ ਹੋ ਕੇ ਫਿਰ ਦਿੱਲੀ ਆਇਆ। ਮੀਆਂ ਮੀਰ ਫਕੀਰ ਲਾਹੌਰ ਤੋਂ ਦਿੱਲੀ ਪੁੱਜ ਚੁੱਕਾ ਸੀ ਤੇ ਉਸਨੇ ਬਾਦਸ਼ਾਹ ਦੀ ਇਸ ਲਾਪਰਵਾਹੀ ਬਾਬਤ ਚੰਗੇ ਕੰਨ ਖਿੱਚੇ ਹੋਏ ਸਨ। ਵਜ਼ੀਰ ਖਾਨ ਨੂੰ ਖਾਲੀ ਮੁੜਿਆ ਵੇਖ ਬਾਦਸ਼ਾਹ ਨੇ ਤੀਜੀ ਵੇਰ ਭੇਜਿਆ ਤੇ ਬੇਨਤੀ ਕੀਤੀ ਕਿ ਗੁਰੂ ਜੀ ਨੂੰ ਇਸ ਵੇਰ ਨਾਲ ਲਿਆਵੇ। वजीर खान ने बादशाह वालों निमरता सहित अरदास की। उत्तर विच श्री हरगोबिंद सुनत बखाना, अटक परी एक कठन महाना, जब हम प्रवेशें दुर्ग मजारी, भयो कैदियन को सुख भारी, खान पान ते भये सुखारे, छुटन भरोसा मन में तारे, अब सुन लीनो शाह अकारे, परे शरण बहु बिने उचारे, रावर बिना न हम गत काई, कै मरों कै देव जिवाई, हमरे सदा प्रतिज्ञा एही, शरण परे को त्यागत नहीं। गुर प्रताप सूरज। गुरु जी ने कहा कि हुण बड़ी कठिनता बन गई है, किले दे कैदी राजे साड़ी शरण आ गए हैं। साड़ी सदा तो ये प्रतिज्ञा रही है कि शरण पए नूं नहीं छड्डना। सो जे इस किले विच असी बाहर आवांगे तां उसे हाल विच जद कि इन्हां नूं साथ लै चलांगे। वजीर खां तीजी वार फिर वापस आ गया ते बादशाह नूं कहा कि जद तक कैदी राजे ना छड्डे जाण, गुरु जी किले विचों बाहर नहीं आउणगे। जहांगीर सोचां विच पै गया। एक पासे इस गल दा डर सी कि जे सारे कैदी राजे छड़ दिते तद संभव है कि ये बाहर आण के राज विद्रोह कर देण। दूजे पासे अपनी जान दे लाले पै रहे सन। वजीर खान नूं कहण लगा कि जे कदी हिंदू राजे जुर्माने वजों कुछ रकम दे देण तां छड्डे जा सकदे हन। वजीर खान ने समझाया कि हुण उन्हां राजियां नूं छड्डना ही बनेगा। मियाँ मीर फकीर ने भी जहांगीर नूं इस अज्ञात पुणे तो सुचेत किया। बादशाह पै भीत तां सी ही। मियाँ मीर दी जबानी ये गल सुन के गुरु जी दे गवालियर तो सदवाण लई होर छेती करन लगा। गुरु जी कैदियां नूं छडाउण दी गल तो बादशाह तरबकिया। सारे राजे छड्डण तो नाम ही नहीं कर सकदा सी।
ਕੰਨੀ ਕਤਰਾਉਣ ਦੀ ਸਬੀਲ ਇਹ ਕੱਢੀ ਤੇ ਕਹਿ ਭੇਜਿਆ ਕਿ ਕਿਲੇ ਵਿੱਚੋਂ ਜਿੰਨੇ ਰਾਜੇ ਗੁਰੂ ਜੀ ਦਾ ਪੱਲਾ ਫੜ ਸਕਣ ਉਹ ਛੱਡ ਦਿੱਤੇ ਜਾਣ। ਜਦ ਇਹ ਖਬਰ ਕਿਲੇ ਦੇ ਕਾਰਦਾਰਾਂ ਪਾਸ ਪੁੱਜੀ ਤਦ ਗੁਰੂ ਜੀ ਨੇ ਆਪਣੇ ਗੱਲੇ ਪਹਿਨਣ ਦਾ ਇੱਕ ਜਾਮਾ ਸਿਵਾਇਆ ਜਿਸ ਦੇ 52 ਪੱਲੇ ਸਨ। ਇਹ ਪਹਿਨ ਕੇ ਬਾਹਰ ਨਿਕਲੇ। ਨਾਲ ਹੀ ਸਾਰੇ ਹਿੰਦੂ ਰਾਜੇ ਗੁਰੂ ਜੀ ਦਾ ਪੱਲਾ ਫੜ ਕੇ ਬਾਹਰ ਨਿਕਲ ਆਏ। ਉਸ ਦਿਨ ਤੋਂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਬੰਦੀ ਛੋੜ ਪੈ ਗਿਆ। 26ਵਾਂ ਹੈ ਬੰਦੀ ਛੋੜ ਦਾਤੇ ਦਾ ਰਾਮਦਾਸਪੁਰੇ ਜਾਣਾ। ਅੰਮ੍ਰਿਤਸਰ ਤਾਂ ਅੱਜ ਇੱਕ ਘੁੱਗ ਵਸਦਾ ਸ਼ਹਿਰ ਹੈ, ਪਰ ਕਦੇ ਇਹ ਇੱਕ ਚੱਕ ਹੁੰਦਾ ਸੀ। ਜਿਸ ਸਮੇਂ ਦਾ ਅਸੀਂ ਹਾਲ ਲਿਖ ਰਹੇ ਹਾਂ ਉਸ ਤੋਂ ਪਹਿਲਾਂ ਇਸ ਨੂੰ ਵਸਦੀ ਸਗਨ ਅਪਾਰ ਦਾ ਵਰ ਮਿਲ ਚੁੱਕਾ ਸੀ ਔਰ ਇਹ ਚੱਕ ਤੋਂ ਇੱਕ ਛੋਟੀ ਨਗਰੀ ਬਣ ਚੁੱਕਾ ਸੀ। ਵਪਾਰ ਦੀ ਇੱਥੇ ਰੌਣਕ ਹੋ ਗਈ ਸੀ, ਕਿਰਤਕਾਰ ਵੀ ਮਿਲਦਾ ਸੀ ਅਤੇ ਦੂਰ ਦੂਰ ਤੋਂ ਆਇਆਂ ਨੂੰ ਰੋਜ਼ਗਾਰ ਵੀ ਲੱਭਦਾ ਸੀ। ਇੱਥੇ ਵਸੋਂ ਜਿੰਨੀ ਕੋ ਸੀ ਰੌਣਕ ਵਾਲੀ ਸੀ। ਇੱਕ ਗੱਲ ਉਦੋਂ ਸੀ ਜੋ ਅੱਜ ਘੱਟ ਹੈ ਕਿ ਹਰੇਕ ਵਾਸੀ ਨੂੰ ਵਸਣ ਦੀ ਜਾਚ ਸੀ। ਉਹ ਜਾਚ ਕੀ ਹੁੰਦੀ ਹੈ? ਹਰੇਕ ਨੂੰ ਆਪਣੇ ਪਿਆਰੇ ਪਿਤਾ ਦੀ ਵੰਸ਼ ਜਾਣ ਕੇ ਪਿਆਰ ਕਰਨਾ। ਆਪਣੇ ਹੱਕ ਲਈ ਤਾਂ ਸਭ ਕੋਈ ਜ਼ੋਰ ਮਾਰਦਾ ਹੈ, ਪਰ ਦੂਸਰੇ ਦੇ ਹੱਕ ਦੀ ਪਰਵਾਹ ਕਰਨੀ ਕਿਸੇ ਵਿੱਚ ਹੀ ਹੁੰਦੀ ਹੈ। ਔਰ ਉਹ ਕਿਸੇ ਕੌਣ ਹੁੰਦੇ ਹਨ? ਉਹ ਜਿਨ੍ਹਾਂ ਨੂੰ ਪਰਮੇਸ਼ਰ ਦਾ ਪਿਆਰ ਹੁੰਦਾ ਹੈ ਤੇ ਜੋ ਸੰਸਾਰ ਵਿੱਚ ਜਨਮ ਲੈ ਕੇ ਮਨੁੱਖ ਵਾਂਗੂ ਜੀਵਣਾ, ਮਨੁੱਖਤਾਈ ਨੂੰ ਸਮਝਣਾ ਤੇ ਪੂਰਨ ਮਨੁੱਖ ਬਣ ਕੇ ਪਰਮੇਸ਼ਰ ਦੀ ਪੂਰਨਤਾਈ ਵਿੱਚ ਜਾਣ ਦਾ ਚਾਅ ਰੱਖਦੇ ਹਨ। ਉਹ ਹਰ ਹਿਰਦੇ ਨੂੰ ਆਪਣੇ ਵਰਗਾ ਜਾਣਦੇ ਹਨ। ਜਿਕੂ ਆਪਣੇ ਹਿਰਦੇ ਨੂੰ ਸੱਟ ਲੱਗਣੀ ਬੁਰੀ ਜਾਣਦੇ ਹਨ, ਉਕਰ ਕਿਸੇ ਹਿਰਦੇ ਨੂੰ ਸੱਟ ਲਾਉਣੀ ਵੀ ਬੁਰੀ ਜਾਣਦੇ ਹਨ। ਜਿਸ ਤਰ੍ਹਾਂ ਆਪਣੇ ਹਿਰਦੇ ਲਈ ਸੁੱਖ ਦੇ ਚਾਹਵਾਨ ਹੁੰਦੇ ਹਨ, ਇਸੇ ਤਰ੍ਹਾਂ ਦੂਜਿਆਂ ਹਿਰਦਿਆਂ ਨੂੰ ਵੀ ਸੁੱਖ ਦੇਣ ਦੇ ਚਾਹਵਾਨ ਹੁੰਦੇ ਹਨ। ਉਹ ਜੀਵਣਾ ਇਸ ਤਰ੍ਹਾਂ ਦੇ ਭਲੇ ਜੀਵਨ ਨੂੰ ਸਮਝਦੇ ਹਨ। ਉਸ ਛੋਟੀ ਨਗਰੀ ਅੰਮ੍ਰਿਤਸਰ ਵਿੱਚ ਤਦੋਂ ਇਹ ਗੱਲ ਅੱਜ ਨਾਲੋਂ ਬਹੁਤ ਵਧੇਕ ਸੀ। ਅੱਜ ਇਹ ਗੱਲ ਘਟ ਰਹੀ ਹੈ। ਆਮ ਕਰਨੀ ਪੱਛਮੀ ਰੀਸਾਂ ਕਰਕੇ ਲਹੂ ਲਈ ਤ੍ਰਿਸ਼ਨਾ ਦੀ ਵੱਧਦੀ ਜਾ ਰਹੀ ਹੈ। ਜੋ ਲੋਕ ਇਸ ਭਲੇ ਜੀਵਨ ਨੂੰ ਚੰਗਾ ਜਾਣਦੇ ਹਨ ਪਰ ਆਪ ਤੁਰ ਨਹੀਂ ਸਕਦੇ, ਉਹ ਤਾਂ ਇਸ ਜੀਵਨ ਵਾਲਿਆਂ ਨੂੰ ਭਲੇ ਪੁਰਖ ਕਹਿੰਦੇ ਹਨ। ਪਰ ਜੋ ਸਵਾਰਥ ਨੇ ਅੰਨੇ ਬੋਲੇ ਕਰ ਦਿੱਤੇ ਹਨ, ਮਾਇਆ ਤੇ ਮਾਦਾ ਪ੍ਰਸਤ ਹੋ ਰਹੇ ਹਨ, ਉਹ ਐਸੇ ਲੋਕਾਂ ਨੂੰ ਮੂਰਖ ਕਹਿੰਦੇ ਹਨ। ਉਹਨਾਂ ਦੀ ਆਪਣੀ ਸਿਆਣਪ ਇਸ ਗੱਲ ਵਿੱਚ ਹੈ ਕਿ ਨਿਜ ਦਾ ਲਾਹਾ ਕੱਢੋ ਚਾਹੇ ਜੀਕੂ ਨਿਕਲੇ, ਸੁੱਖ ਲਓ ਜੀਕੂ ਮਿਲੇ। ਗੱਲ ਕੀ ਸਵਾਰਥ ਮੁੱਖ ਰੱਖੋ, ਚਾਹੇ ਹੋਰਨਾਂ ਨਾਲ ਕੁਝ ਪਈ ਵਰਤੇ। ਉਹਨਾਂ ਦਾ ਅੰਤ ਇਹ ਹੁੰਦਾ ਹੈ ਕਿ ਇੱਥੋਂ ਦੇ ਲਾਭ ਹਸਰਤ ਭਰੇ ਦਿਲ ਨਾਲ ਇੱਥੇ ਛੱਡਦੇ ਹਨ। ਨਾਲ ਲਿਜਾਉਣ ਦੀ ਵਾਹ ਨਹੀਂ ਲੱਗਦੀ ਤੇ ਆਪ ਇੱਥੇ ਹੋਰ ਰਹਿਣਾ ਉਹਨਾਂ ਦੇ ਵੱਸ ਤੋਂ ਬਾਹਰ ਹੋ ਜਾਂਦਾ ਹੈ। ਇਸ ਤਰ੍ਹਾਂ ਅੰਤ ਵੇਲੇ ਹਸਰਤਾਂ ਦੇ ਭਾਰ ਹੇਠ ਦੱਬੇ ਹੋਏ ਰਹਿੰਦੇ ਹਨ। ਸ਼ੌਕ ਕੇ ਨਾਲ ਜਾਣ ਵਾਲਾ ਵੱਖਰ ਨਾਮ ਦੀ ਭਲਾਈ ਨਾਲ ਜੀਵਣਾ ਲੱਦ ਨਾ ਸਕੇ। ਸਮੇਂ ਦੇ ਫੇਰ ਨੇ ਸਾਡੇ ਵਿੱਚ ਐਸੇ ਜੀਵਨ ਜੋ ਸਤਿਗੁਰਾਂ ਨੇ ਪੈਦਾ ਕੀਤੇ ਸੇ ਘਟਾ ਦਿੱਤੇ ਹਨ। ਅੱਜ ਸਿੱਟਾ ਕੀ ਨਿਕਲ ਰਿਹਾ ਹੈ ਕਿ ਸਭ ਕੋਈ ਆਖਦਾ ਹੈ ਸਿੱਖ ਗਿਰ ਰਹੇ ਹਨ। ਗਿਰਨਾ ਇਹੋ ਹੈ ਕਿ ਉੱਚੇ ਭਾਵਾਂ ਵਾਲਿਆਂ ਦੀ ਗਿਣਤੀ ਥੱਲੇ ਜਾ ਲੱਗੀ ਹੈ ਤੇ ਹਰ ਦਿਨ ਘਟ ਰਹੀ ਹੈ। ਹਾਂ, ਅੱਜ ਅਸੀਂ ਇਸ ਥਾਂ ਅੰਮ੍ਰਿਤਸਰ ਦੇ ਸਾਫ਼ ਦਿਲ ਲੋਕਾਂ ਵਿੱਚ ਇੱਕ ਅਚਰਜ ਖੁਸ਼ੀ ਦੇਖ ਰਹੇ ਹਾਂ। ਗਰੀਬ ਪਰ ਖੁਸ਼ ਦਿਲ ਮਾਲਣਾ ਫੁੱਲਾਂ ਦੀਆਂ ਟੋਕਰੀਆਂ ਗਲੀ ਗਲੀ ਲਈ ਫਿਰ ਰਹੀਆਂ ਹਨ। ਖਿੜੇ ਮੱਥੇ ਵਾਲੀਆਂ ਅੰਦਰੋਂ ਬਾਹਰੋਂ ਸੁਥਰੀਆਂ ਤੇ ਸੁਥਰੇ ਘਰਾਂ ਵਾਲੀਆਂ ਦਾਣੇ ਦੇ ਦੇ ਕੇ ਫੁੱਲ ਲੈ ਰਹੀਆਂ ਹਨ। ਕੋਈ ਸਿਰੇ ਤੇ ਮਾਲਾਂ ਗੁੰਦ ਰਹੀ ਹੈ, ਕੋਈ ਸਰੀਆ ਪਰੋ ਰਹੀ ਹੈ, ਕੋਈ ਡੰਡੀਆਂ ਤੋੜ ਕੇ ਨਿਰੀਆਂ ਪੰਖੜੀਆਂ ਦੀ ਝੋਲੀ ਭਰ ਰਹੀ ਹੈ। ਮਨੁੱਖਾਂ ਵੱਲ ਦੇਖੋ, ਆਪਣੀਆਂ ਹੱਟਾਂ ਨੂੰ ਸਜਾ ਰਹੇ ਹਨ। ਬਾਜ਼ਾਰ ਵਿੱਚ ਛਿਣਕਾਵ ਹੋ ਰਹੇ ਹਨ। ਖੁਸ਼ੀ ਦੇ ਭਰੇ ਇੱਧਰ ਉੱਧਰ ਦੌੜਦੇ ਫਿਰਦੇ ਹਨ। ਲਾਗਲੇ ਪਿੰਡਾਂ ਤੋਂ ਵੀ ਲੋਕੀ ਚਾਉ ਭਰੇ ਨਗਰੀ ਵਿੱਚ ਆ ਰਹੇ ਹਨ। ਸ੍ਰੀ ਹਰਮੰਦਰ ਜੀ ਵਿੱਚ ਵੀ ਬੜੀ ਰੌਣਕ ਹੈ। ਮੇਲੇ ਦੇ ਨਹੀਂ ਪਰ ਸੰਗਤਾਂ ਦੀ, ਜੋ ਕੀਰਤਨ ਤੇ ਸ਼ਬਦਾਂ ਦੇ ਉਚਾਰ ਵਿੱਚ ਮਗਨ ਹਨ। ਅੱਜ ਕੀ ਹੈ? ਕੋਈ ਰਾਜਾ ਆ ਰਿਹਾ ਹੈ? ਨਹੀਂ, ਤ੍ਰਿਲੋਕੀ ਦੇ ਨਾਥ ਆ ਰਹੇ ਹਨ। ਕੀ ਕੈਦਖਾਨੇ ਰਚ ਕੇ ਸਿਪਾਹੀਆਂ ਦੇ ਦਾਅਵੇ ਨਾਲ ਲੋਕਾਂ ਨੂੰ ਬੰਦੀ ਵਿੱਚ ਪਾਉਣ ਵਾਲੇ ਜ਼ੋਰ ਧੱਕੇ ਨਾਲ ਬਣੇ ਨਾਥ ਆ ਰਹੇ ਹਨ? ਨਹੀਂ,
ਬੰਦੀ ਛੋੜਨਾਥ ਆ ਰਹੇ ਹਨ। ਕੈਦਖਾਨਿਆਂ ਵਿੱਚੋਂ ਕੱਢਣ ਵਾਲੇ, ਪ੍ਰੇਮ ਦਾ ਰਾਜ ਫੈਲਾਉਣ ਵਾਲੇ, ਲੋਕਾਂ ਦੀ ਹੁਬ ਨਾਲ ਪਿਆਰੇ ਗਏ, ਅਨਾਥਾਂ ਦੀ ਪ੍ਰਤਪਾਲਾ ਕਰਨ ਵਾਲੇ ਨਾਥ ਆ ਰਹੇ ਹਨ। ਉਹ ਪਾਤਸ਼ਾਹ ਆ ਰਹੇ ਹਨ ਜੋ ਡਰ ਨਾਲ ਦਿਲਾਂ ਨੂੰ ਤੰਗ ਕਰਕੇ ਰਾਜ ਨਹੀਂ ਕਰਦੇ, ਪਰ ਜੋ ਅਭੈ ਦਾਨ ਕਰਕੇ ਦਿਲਾਂ ਨੂੰ ਖੁੱਲ੍ਹਾ ਤੇ ਉੱਚਾ ਕਰਕੇ ਦਿਲ ਤਖਤਿਆਂ ਉੱਤੇ ਪਿਆਰ ਨਾਲ ਬਿਠਾਲੇ ਜਾਂਦੇ ਹਨ। ਜੋ ਪਾਤਸ਼ਾਹ ਨਹੀਂ ਪਰ ਸੱਚੇ ਪਾਤਸ਼ਾਹ ਕਹਾਉਂਦੇ ਹਨ। ਇਹਨਾਂ ਨੂੰ ਲੋਕ ਇਸ ਭਰਮ ਵਿੱਚ ਵੱਡਾ ਨਹੀਂ ਆਖਦੇ ਕਿ ਮਤਾ ਖੁਸ਼ ਹੋ ਕੇ ਸਾਨੂੰ ਆਪਣੇ ਜ਼ੋਰ ਜ਼ੁਲਮ ਦੀ ਵਡਿਆਈ ਦਾ ਹਿੱਸੇਦਾਰ ਬਣਾ ਕੇ ਵਡਿਆ ਦੇਣਗੇ, ਪਰ ਇਸ ਸਵਾਦ ਵਿੱਚ ਵੱਡਾ ਆਖਦੇ ਹਨ ਕਿ ਇਸ ਵੱਡੇ ਨੇ ਸਾਡੇ ਦਿਲ ਵੱਡੇ ਕਰ ਦਿੱਤੇ ਹਨ। ਹਾਂ, ਉਹ ਖੜਗ ਵੀ ਧਾਰਦਾ ਹੈ ਤਰਾਸ ਦੇਣ ਲਈ ਨਹੀਂ, ਪਰ ਤਰਾਸ ਨਾਲ ਦੱਬੇ ਹੋਇਆਂ ਨੂੰ ਤਰਾਸ ਦਾਤਿਆਂ ਤੋਂ ਤਰਾਸ ਰਹਿਤ ਕਰਨੇ ਲਈ। ਜੋ ਪ੍ਰੇਮ ਨਾਲ ਫਤਿਹ ਪਾਉਂਦਾ ਹੈ ਤੇ ਪ੍ਰੇਮ ਨਾਲ ਵਧਾਉਂਦਾ ਹੈ, ਪ੍ਰੇਮ ਦਾ ਹਾਲਾ ਲੈਂਦਾ, ਪ੍ਰੇਮ ਦੀਆਂ ਨਹਿਰਾਂ ਚਲਾਉਂਦਾ ਹੈ, ਜੋ ਪ੍ਰੇਮ ਤਲਬਾਂ ਦਿੰਦਾ ਹੈ ਤੇ ਪ੍ਰੇਮ ਜਗੀਰਾਂ ਬਖਸ਼ਦਾ ਹੈ, ਉਹ ਕਿੱਡਾ ਕੋ ਵੱਡਾ ਆਪ ਹੈ। ਹਾਂ, ਤਲਵਾਰ ਜਿੱਥੇ ਪ੍ਰੇਮ ਨੂੰ ਕਤਲ ਕਰਕੇ ਕੁਲਕੁਲਾ ਹੋ ਕੇ ਨਹੀਂ ਲਟਕਦੀ, ਪਰ ਪ੍ਰੇਮ ਦੇ ਬਾਗ ਦੀ ਰੱਖਿਆ ਕਰਨ ਵਾਲੀ ਵਾੜੀ ਬਣ ਕੇ ਖੜੋਂਦੀ ਹੈ। ਜਿੱਥੇ ਤਲਵਾਰ ਦੀ ਤਹਿ ਵਿੱਚ ਲਾਲਚ ਤੇ ਕ੍ਰੋਧ ਨਹੀਂ, ਪਰ ਦਇਆ ਤੇ ਉਤਸ਼ਾਹ ਹੈ। ਇਹ ਤਲਵਾਰ ਅਰੋਗਾਂ ਨੂੰ ਰੋਗ ਹੋ ਕੇ ਨਹੀਂ ਚੰਬੜਦੀ, ਪਰ ਰੋਗ ਰੋਗੇ ਦੇ ਅਸੂਲ ਵਾਂਗੂ ਰੋਗ ਨੂੰ ਰੋਗ ਰੂਪ ਹੋ ਰਹੀ ਹੈ। ਇਹ ਤਲਵਾਰ ਅਮਨ ਲਈ ਜ਼ੁਲਮ ਦਾ ਰੂਪ ਨਹੀਂ ਧਾਰ ਰਹੀ, ਪਰ ਜ਼ੁਲਮ ਦੂਰ ਕਰਨ ਲਈ ਅਮਨ ਦਾ ਰੂਪ ਧਾਰਦੀ ਹੈ। ਇਹ ਤਲਵਾਰ ਭਿਆਨਕ ਰਸ ਦਾ ਉਦੀਪਨ ਕਰਨ ਵਾਲੀ ਨਹੀਂ ਹੈ, ਪਰ ਬੀਰ ਰਸ ਦਾ ਅਲੰਬਨ ਹੈ। ਇਹ ਤਲਵਾਰ ਵੈਰ ਭਾਵ ਨਾਲ ਭਰਾ ਨੂੰ ਵੈਰੀ ਜਾਣ ਕੇ ਗਰਦਨ ਤੋੜਨ ਵਾਲੀ ਨਹੀਂ, ਪਰ ਭਰਾਵਾਂ ਨੂੰ ਵੈਰੀ ਜਾਣ ਕੇ ਗਰਦਨ ਤੋੜਨ ਵਾਲਿਆਂ ਦੀ ਤਲਵਾਰ ਦੇ ਅੱਗੇ ਸੱਚੀ ਢਾਲ ਹੈ। ਹਾਂ, ਤਲਵਾਰ ਦਾ ਧਾਰਨਾ ਤੇ ਇਸ ਨੂੰ ਦਾਰੂ ਰੂਪ ਰੱਖਣਾ ਦਾਨੇ ਹੀ ਵੈਦ ਦਾ ਕੰਮ ਹੈ। ਅਲਣਾ ਦੇ ਹੱਥ ਆਈ ਇਹ ਆਪਣੇ ਹੀ ਪੜਛੇ ਲਾਉਂਦੀ ਹੈ। ਇਸ ਖੜਗ ਦਾ ਧਾਰਨ ਵਾਲਾ ਸੰਸਾਰ ਨੂੰ ਉਸ ਚੋਟੀ ਤੇ ਲਿਜਾਇਆ ਚਾਹੁੰਦਾ ਹੈ ਜਿੱਥੇ ਜਾਂ ਤਲਵਾਰ ਦੀ ਲੋੜ ਨਹੀਂ ਰਹਿੰਦੀ, ਪਰ ਸੰਸਾਰ ਦੀ ਮੂਰਖਤਾ ਨੇ ਵਿਚਲੀ ਘਾਟੀ ਜ਼ੁਲਮ ਦੀਆਂ ਤਲਵਾਰਾਂ ਨਾਲ ਐਸੀ ਭਰ ਦਿੱਤੀ ਹੈ ਕਿ ਦਾਨਾ ਖੜਗ ਧਾਰੀ ਹੀਰੇ ਨਾਲ ਹੀਰਾ ਵਿੰਨਣ ਵਾਲੀ ਹਿਕਮਤ ਕਰਕੇ ਸੰਸਾਰ ਨੂੰ ਤਲਵਾਰ ਦੇ ਹੀ ਆਸਰੇ ਉਸ ਭਿਆਨਕ ਘਾਟੀ ਤੋਂ ਕੱਢ ਕੇ ਉੱਥੇ ਲਿਜਾ ਰਿਹਾ ਹੈ ਅਰ ਲੈ ਗਿਆ ਹੈ। ਇਸ ਦਾਨਾ ਹਕੀਮ ਦੀ ਕਮਰ ਨਾਲ ਲਟਕਦੀ ਉਹ ਤਲਵਾਰ ਨਹੀਂ ਦੱਸਦੀ ਕਿ ਅਸੀਂ ਜ਼ੁਲਮ ਕਰ ਸਕਦੇ ਹਾਂ, ਪਰ ਇਹ ਦੱਸਦੀ ਹੈ ਕਿ ਅਸੀਂ ਜ਼ੁਲਮ ਦੀ ਤਲਵਾਰ ਅੱਗੇ ਨਿਤਾਣੇ ਹੋ ਗਏ। ਦਰਦਮੰਦਾਂ ਦੇ ਦੁਆਲੇ ਇਸ ਤਲਵਾਰ ਨਾਲ ਬੀਰਤਾ ਦੀ ਕਾਰ ਕੱਢ ਸਕਦੇ ਹਾਂ। ਧਨ ਹਨ ਉਹ ਜੋ ਇਸ ਦੁਰਗਾ ਦਾ ਇਹ ਯੋਗ ਵਰਤਾਓ ਕਰਦੇ ਹਨ, ਪਰ ਜੋ ਇਸ ਦਾ ਅਯੋਗ ਵਰਤਾਓ ਕਰਦੇ ਹਨ ਉਹਨਾਂ ਲਈ ਸ਼ੌਕ ਹੈ। ਪਿਆਰਿਓ, ਅੱਜ ਪ੍ਰੇਮ ਦੇ ਪੁਤਲੇ ਜਿਨ੍ਹਾਂ ਨੇ ਜ਼ੁਲਮ ਦੀ ਬਰਖਾ ਵਿੱਚ ਭੇਜਦਿਆਂ ਉੱਤੇ ਛਤਰੀ ਤਾਣੀ ਸੀ, ਰਾਮਦਾਸਪੁਰ ਯਾਨੀ ਅੰਮ੍ਰਿਤਸਰ ਆ ਰਹੇ ਹਨ। ਗਵਾਲੀਅਰ ਦੇ ਕਿਲੇ ਵਿੱਚੋਂ ਉਮਰਾਂ ਦੇ 52 ਕੈਦੀ ਛੁਡਾ ਆਏ ਹਨ। ਗਵਾਲੀਅਰ ਦੇ ਕਿਲੇ ਤੋਂ ਹੀ ਨਹੀਂ, ਸਗੋਂ ਉਹਨਾਂ ਨੂੰ ਮੂਰਖਤਾ ਦੇ ਕਿਲੇ ਵਿੱਚੋਂ ਵੀ ਕੱਢ ਆਏ ਹਨ। ਖਿਮਾ ਦੀ ਤਲਵਾਰ ਤੇ ਪਿਆਰ ਦੀ ਕਿਰਪਾਨ ਉਹਨਾਂ ਦੇ ਅੰਦਰਲੇ ਨੂੰ ਪਵਾ ਆਏ ਹਨ ਅਤੇ ਉਹਨਾਂ ਦੀ ਗਾਤਰੇ ਦੀ ਤਲਵਾਰ ਨੂੰ ਜ਼ੁਲਮ ਦੇ ਖੂਨ ਤੋਂ ਧੋ ਕੇ ਦੀਨ ਰੱਖਿਆ ਦੀ ਢਾਲ ਬਣਾ ਆਏ ਹਨ। ਐਸੇ ਦਾਤਾ ਗੁਰੂ ਹਰਗੋਬਿੰਦ ਜੀ ਅੱਜ ਘਰ ਆ ਰਹੇ ਹਨ। ਅੰਮ੍ਰਿਤਸਰ ਜਿਸ ਵੇਲੇ ਆਪ ਨੂੰ ਸੁਨਹਿਰੀ ਕਲਸ਼ ਨਾਲ ਚਮਕਦਾ ਦਿਸਿਆ ਤਾਂ ਘੋੜੇ ਤੋਂ ਉਤਰ ਕੇ ਪਿਆਰੇ ਸਤਿਗੁਰਾਂ ਦੇ ਅਦਬ ਵਿੱਚ ਪੈਦਲ ਹੋ ਗਏ। ਅੱਗੋਂ ਸੰਗਤਾਂ ਆ ਰਹੀਆਂ ਹਨ। ਇੱਧਰ ਵੀ ਭਾਈ ਬੁੱਢਾ, ਭਾਈ ਜੇਠਾ ਆਦਿਕ ਹੋਰ ਸਾਰੇ ਸਿੱਖ ਗੁਰੂ ਚੰਦ ਉਦਾਲੇ ਤਾਰਾ ਮੰਡਲ ਬਣ ਕੇ ਸ਼ਬਦ ਪੜ੍ਹ ਰਹੇ ਹਨ। ਉਧਰ ਭਾਈ ਗੁਰਦਾਸ, ਭਾਈ ਸਾਈਂ ਦਾਸ ਤੇ ਸਾਰੇ ਮੁਖੀ ਸਿੱਖ ਗਲ ਪੱਲੇ ਪਾਈ, ਦਿਲ ਸਾਈਂ ਵੱਲ ਲਾਈ, ਮੁਖੋਂ ਸ਼ਬਦਾਂ ਦੀ ਕਨਕੋਰ ਲਾਈ, ਨੇਤਰ ਪ੍ਰੇਮ ਨਾਲ ਜਗਮਗਾਈ ਚੱਲੇ ਆ ਰਹੇ ਹਨ। ਪ੍ਰੇਮ ਦਾ ਸੰਗਮ ਹੋ ਗਿਆ, ਚਰਨੀ ਢਹਿ ਪਏ, ਮਿਲੇ ਵਿਛੜੇ ਮਿਲੇ, ਗੁਰੂ ਸਮੁਨ ਨਦੀ ਸਭ ਸਿੱਖੀ ਮਿਲ ਪਏ। ਇਸ ਅਰਸ਼ੀ ਮੇਲ ਦਾ ਵਰਣਨ ਕੌਣ ਕਰੇ। ਫਿਰ ਸਿੱਧੇ ਹਰਿਮੰਦਰ ਜੀ ਨੂੰ ਆਏ, ਸ੍ਰੀ ਅਕਾਲ ਤਖਤ ਸਾਹਿਬ ਜੀ ਆਏ, ਫਿਰ ਅੰਦਰ ਸ੍ਰੀ ਹਰਿਮੰਦਰ ਜੀ ਵਿੱਚ ਗਏ। ਕੜਾ ਪ੍ਰਸ਼ਾਦ ਆਇਆ, ਕੀਰਤਨ ਹੋਇਆ, ਅਰਦਾਸ ਵਿੱਚ ਲਿਵਲੀਨਤਾ ਹੋਈ, ਫਿਰ ਪ੍ਰਸ਼ਾਦ ਵਰਤਿਆ।
ਫਿਰ ਗੁਰੂ ਜੀ ਸ਼ਹਿਰ ਵਿੱਚ ਆਏ। ਬਾਜ਼ਾਰ ਕਤਾਰਾਂ ਮਨੁੱਖਾਂ ਨਾਲ ਭਰੇ ਪਏ ਹਨ। ਕੋਠੇ ਇਸਤਰੀਆਂ ਨਾਲ ਲੱਦੇ ਪਏ ਹਨ। ਸ਼ਬਦਾਂ ਦੀ ਕਨਕੋਰ ਹੋ ਰਹੀ ਹੈ। ਫੁੱਲਾਂ ਦੀ ਵਰਖਾ ਹੋ ਰਹੀ ਹੈ। ਗੁਲਾਬ ਦੇ ਤਰੌਂਕੇ ਵਸ ਰਹੇ ਹਨ। ਸਿਹਰੇ ਤੇ ਮਾਲਾਂ ਗਲੇ ਪੈ ਰਹੇ ਹਨ। ਮੱਥਿਆਂ ਤੇ ਸੀਸ ਮੰਦਾਂ ਦੀ ਵਾਰ ਨਹੀਂ ਆਉਂਦੀ ਤੇ ਸ਼ਬਦਾਂ ਦੀ ਕਨਕੋਰ ਨਾਲ ਆਕਾਸ਼ ਗੂੰਜ ਰਿਹਾ ਹੈ। ਸੰਗਤਾਂ ਦੇ ਮੰਨੇ ਪਰਮੰਨੇ ਗੁਰੂ, ਹਾਂ ਸੰਗਤ ਨੂੰ ਵੱਡਾ ਜਾਣਨ ਵਾਲੇ ਗੁਰੂ, ਪ੍ਰੇਮ ਕਰਦੇ ਤੇ ਪ੍ਰੇਮ ਕੀਤੇ ਜਾਂਦੇ ਪ੍ਰੇਮੀਆਂ ਦੇ ਮੰਡਲ ਵਿੱਚੋਂ ਕਿਸ ਤਰ੍ਹਾਂ ਲੰਘ ਰਹੇ ਹਨ। ਜਿਕੂ ਪ੍ਰੇਮ ਭਰੀਆਂ ਹੰਸਾਂ ਦੀਆਂ ਡਾਰਾਂ ਵਿੱਚੋਂ ਰੰਗਰਤੜਾ ਰਾਜ ਹੰਸ ਲੰਘਦਾ ਹੈ। ਇਸ ਤਰ੍ਹਾਂ ਸਤਕਾਰੇ ਜਾਂਦੇ ਹਨ। ਗੁਰੂ ਜੀ ਸਨੇ ਸਨੇ ਘਰ ਪਹੁੰਚੇ। ਮਾਤਾ ਜੀ ਦੇ ਡੇਰੇ ਗਏ। ਉਹ ਸ਼ਾਂਤ ਵਿੱਚ ਪੂਰੀ ਸਭ ਤਰ੍ਹਾਂ ਨਿਪੁੰਨ ਮਾਤਾ ਪ੍ਰੇਮ ਵਿੱਚ ਭਰੀ ਪਿਆਰੇ ਪੁੱਤਰ ਤੇ ਸਤਿਗੁਰਾਂ ਦੇ ਨਿਵਾਜੇ ਗੁਰੂ ਦੀ ਤਾਂਗ ਵਿੱਚ ਖੜੀ ਹੈ। ਮਰਿਆਦਾ ਦੇ ਪੂਰੇ ਜਗਤ ਗੁਰੂ ਜੀ ਮਾਤਾ ਦੇ ਚਰਨਾਂ ਪਰ ਡਿੱਗਦੇ ਹਨ। ਮਮਤਾ ਭਰੀ ਮਾਂ ਮਾਤਰੀ ਪ੍ਰੇਮ ਵਿੱਚ ਚੁੱਕ ਕੇ ਗਲ ਲਾਉਂਦੀ ਤੇ ਮੱਥਾ ਸੁੰਘਦੀ ਹੈ। ਫਿਰ ਮਾਤਾ ਪ੍ਰੇਮ ਦੇ ਲਹਿਰੇ ਸ਼ਰਧਾ ਨਾਲ ਚਰਨਾਂ ਵੱਲ ਝੁਕਦੀ ਹੈ, ਪਰ ਉਹ ਪੂਰਾ ਗੁਰੂ ਮੱਥਾ ਝੁਕਣ ਵੀ ਨਹੀਂ ਦਿੰਦੇ। ਔਰ ਮਾਤਾ ਵਿੱਚ ਆਪਣੇ ਪਿਆਰੇ ਸਤਿਗੁਰੂ ਪਿਤਾ ਦੀ ਮੂਰਤ ਵੇਖਦਾ ਵੇਖਦਾ ਗੁਰੂ ਪ੍ਰੇਮ ਵਿੱਚ ਪਰੋਤਾ ਸੱਜਲ ਨੇਤਰ ਹੋ ਜਾਂਦਾ ਹੈ। ਲੋਕੋ, ਇਹਨਾਂ ਆਤਮ ਪ੍ਰੇਮ ਦੇ ਜਾਣੂਆਂ ਦੇ ਕੌਤਕਾਂ ਨੂੰ ਕੌਣ ਸਮਝੇ। ਰਸ ਸੰਗਮ ਇਹਨਾਂ ਵਿੱਚ ਹੀ ਆਉਂਦੇ ਹਨ। ਮਾਨੋ ਹਿਰਦੇ ਆਕਾਸ਼ ਵਿੱਚ ਆਤਮ ਰਸਾਂ ਦੀ ਆਕਾਸ਼ੀ ਪੀਂਗ ਪੈ ਜਾਂਦੀ ਹੈ। ਇੱਕ ਪਾਸੇ ਤਾਂ ਮਾਤਾ ਜੀ ਪੁੱਤਰ ਵਾਤਸਲ ਰਸ ਵਿੱਚ ਭਰੇ ਪਏ ਹਨ, ਦੂਜੇ ਪਾਸੇ ਸ਼ਰਧਾ ਤੇ ਨਿਮਰਤਾ ਵਿੱਚ ਭਗਤੀ ਛਾ ਰਹੀ ਹੈ ਤੇ ਗੁਰੂ ਭਾਵਨਾ ਦਾ ਪ੍ਰੇਮ ਸਥਾਈ ਵਾਲਾ ਇਲਾਹੀ ਸ਼ਾਂਤ ਰਸ ਪੂਰਤ ਹੋ ਰਿਹਾ ਹੈ। ਹਾਂ, ਸਾਰੇ ਸੰਸਾਰ ਤੋਂ ਨਿਰਵੇਦ ਸਥਾਈ ਵਾਲਾ ਸ਼ਾਂਤੀ ਰਸ ਵੀ ਹੈ, ਪਰ ਉਹ ਲੁਕ ਰਿਹਾ ਹੈ ਉੱਚੇ ਰੂਹਾਨੀ ਪ੍ਰੇਮ ਸਥਾਈ ਵਾਲੇ ਸ਼ਾਂਤ ਰਸ ਦੇ ਓਲੇ। ਮਰਿਆਦਾ ਪੁਰਸ਼ੋਤਮ ਗੁਰੂ ਜੀ ਨੇ ਮਾਤਾ ਨੂੰ, ਮਾਤਾ ਤੇ ਨਿਜ ਨੂੰ ਪੁੱਤਰ ਜਾਣ ਕੇ ਉਹ ਆਦਰ ਤੇ ਸਤਕਾਰ ਕੀਤਾ ਹੈ ਕਿ ਜੋ ਲੋਕਾਂ ਲਈ ਨਮੂਨਾ ਹੈ ਕਿ ਸੰਸਾਰਕ ਪ੍ਰਤਾਪ ਪਾ ਕੇ ਚਾਹੋ ਆਤਮ ਸਤਿਆ ਦੇ ਸੁਆਮੀ ਹੋ ਕੇ ਮਾਤਾ ਪਿਤਾ ਸਦਾ ਵੱਡੇ ਅਰ ਸਤਕਾਰਯੋਗ ਹਨ। ਔਰ ਕਦੇ ਕੋਈ ਹਾਲਤ ਐਸੀ ਨਹੀਂ ਹੈ ਕਿ ਔਲਾਦ ਮਾਪਿਆਂ ਨੂੰ ਆਪਣੇ ਅੱਗੇ ਝੁਕਾਵੇ। ਜਦ ਗੁਰੂ ਜੀ ਇਹ ਨਮੂਨਾ ਦੱਸਦੇ ਹਨ ਤਾਂ ਜੀਵਾਂ ਨੂੰ ਮਾਪਿਆਂ ਦਾ ਸਤਕਾਰ ਕਿੰਨਾ ਵਧੇਕ ਕਰਨਾ ਚਾਹੀਏ। ਹੁਣ ਮਾਤਾ ਨੇ ਆਦਰ ਨਾਲ ਬਿਠਾ ਕੇ ਸਾਰਾ ਹਾਲ ਰੱਤਾ ਰੱਤਾ ਕਰਕੇ ਸੁਣਿਆ। ਸਾਰਾ ਸੁਣ ਕੇ ਗਲ ਵਿੱਚ ਪੱਲਾ ਪਾ ਕੇ ਖੜੋ ਗਈ। ਨਾਲ ਗੁਰੂ ਜੀ ਖੜੋ ਗਏ। ਅਕਾਲ ਪੁਰਖ ਸਤਿਗੁਰਾਂ ਦਾ ਧਿਆਨ ਕੀਤਾ ਔਰ ਬੜੇ ਪ੍ਰੇਮ ਨਾਲ ਅਰਦਾਸ ਵਿੱਚ ਜੁੜ ਗਏ। ਇਸ ਵੇਲੇ ਦੇ ਪ੍ਰੇਮ ਤੇ ਧੰਨਵਾਦ ਵਿੱਚ ਮਾਤਾ ਤੇ ਗੁਰੂ ਜੀ ਐਸੇ ਲਿਵਲੀਨ ਹੋ ਗਏ ਕਿ ਘੜੀ ਪਰ ਨੇਤਰ ਨਹੀਂ ਖੁੱਲੇ। ਫਿਰ ਬਹੁਤ ਚਿਰ ਮਾਤਾ ਜੀ ਪੁੱਤਰ ਜੀ ਪਾਸ ਬੈਠੇ ਰਹੇ। ਹੁਣ ਮਾਤਾ ਜੀ ਨੂੰ ਉਪਕਾਰ ਯਾਦ ਆਇਆ। ਇਸ ਸੁੱਖ ਨੂੰ ਕੱਲਿਆਂ ਮਾਤਾ ਜੀ ਕਦ ਮਾਣ ਸਕਦੇ ਸੀ। ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ਬੀਬੀ ਰਾਮੋ ਨੂੰ ਸੱਦਿਆ। ਭਾਈ ਸਾਈਂ ਦਾਸ ਜੀ, ਭਾਈ ਨਾਰਾਇਣ ਦਾਸ ਜੀ ਤੇ ਬੇਬੇ ਪ੍ਰੇਮ ਦੇਵੀ ਜੀ ਆਦਿ ਸਾਰੇ ਪਰਿਵਾਰ ਨੂੰ ਸੱਦਿਆ। ਗੁਰੂ ਜੀ ਆਪਣੇ ਪਰਮ ਪ੍ਰੇਮੀ ਸਹੁਰੇ ਪਰਿਵਾਰ ਨੂੰ ਹੁਣ ਘਰ ਵਿੱਚ ਮਿਲ ਕੇ ਗਦਗਦ ਹੋਏ। ਸਭ ਨੂੰ ਆਤਮ ਵਰ ਦਿੱਤੇ। ਢੇਰ ਚਿਰ ਵਾਰਤਾਲਾਪ ਹੁੰਦੇ ਰਹੇ। ਬੀਬੀ ਦਮੋਦਰੀ ਜੀ ਨੇ ਪਿਆਰੇ ਪਤੀ ਦੇ ਚਰਨ ਕਮਲ ਪਰਸੇ। ਇਸ ਪ੍ਰਕਾਰ ਪਰਿਵਾਰ ਦੇ ਪਿਆਰ ਤੇ ਖੁਸ਼ੀ ਦੇ ਰੰਗਾਂ ਵਿੱਚ ਗੁਰੂ ਉਦਾਲੇ ਮਾਨੋ ਪਰਿਵਾਰ ਪੈ ਰਿਹਾ ਸੀ। ਦਿਨ ਐਉਂ ਲੰਘਿਆ। ਰਾਤ ਦਸੀਦਾ ਹੈ ਕਿ ਹਰਿਮੰਦਰ ਗਏ ਤੇ ਭਾਈ ਬੁੱਢਾ ਜੀ ਦੀ ਚਾੜੀ ਚੌਂਕੀ ਵਿੱਚ ਜਦੋਂ ਅਕਾਲ ਬੁੰਗੇ ਅਪੜੀ ਜਾ ਦਰਸ਼ਨ ਦਿੱਤੇ ਤੇ ਫਿਰ ਆਪਣੇ ਸੁਖਾਸਣ ਵਿੱਚ ਜਾ ਬਿਰਾਜੇ। ਪਹਿਲ ਰਾਤ ਰਹਿੰਦੀ ਗੁਰੂ ਜੀ ਉੱਠੇ, ਇਸ਼ਨਾਨ ਕਰਕੇ ਆਪਣੇ ਧਿਆਨ ਮਗਨ ਹੋ ਗਏ। ਫਿਰ ਉਸ ਵੇਲੇ ਕਿ ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਆਉਂਦੇ ਹਨ, ਆਪ ਸ੍ਰੀ ਹਰਿਮੰਦਰ ਜੀ ਆਏ। ਆਸਾ ਦੀ ਵਾਰ ਲੱਗ ਰਹੀ ਸੀ। ਭੋਗ ਪਏ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਆਪ ਆ ਬਿਰਾਜੇ। ਇੱਥੇ ਪਿਆਰੇ ਸਿੱਖ ਆ ਜੁੜੇ। ਵਾਰਤਾਲਾਪਾਂ ਹੋਈਆਂ। ਅਨੇਕ ਪ੍ਰੇਮੀਆਂ ਦੇ ਪ੍ਰੇਮ ਪੂਰਨ ਹੋਏ। ਇਸ ਤਰ੍ਹਾਂ ਦੇ ਆਤਮਦਾਨ ਕਰਦਿਆਂ ਸੁਨੇਹਾ ਆਇਆ ਕਿ ਪਾਤਸ਼ਾਹ ਮੰਦਰ ਯਾਤਰਾ ਲਈ ਆਉਂਦਾ ਹੈ। ਸੋ ਉਸੇ ਵੇਲੇ ਉਸ ਨੂੰ ਮੰਦਰ ਦੀ ਯਾਤਰਾ ਕਰਵਾਈ ਗਈ। ਪਾਤਸ਼ਾਹ ਕਸ਼ਮੀਰ ਜਾ ਰਿਹਾ ਸੀ।
जो ਅੰਮ੍ਰਿਤਸਰੋਂ 2 ਕੋਸੋਂ ਮੀਲ ਹੈ। ਸਤਿਗੁਰਾਂ ਅੱਗੇ ਪਾਤਸ਼ਾਹ ਨੇ ਕਸ਼ਮੀਰ ਨਾਲ ਚੱਲਣ ਦੀ ਯਾਚਨਾ ਕੀਤੀ ਸੀ, ਜੋ ਗੁਰੂ ਜੀ ਨੇ ਪ੍ਰਵਾਨ ਕੀਤੀ ਸੀ। ਪਾਤਸ਼ਾਹ ਤਾਂ ਉਸੇ ਦਿਨ ਤੁਰ ਗਿਆ, ਪਰ ਕੁਝ ਦਿਨ ਮਗਰੋਂ ਸ੍ਰੀ ਗੁਰੂ ਜੀ ਵੀ ਲਾਹੌਰ ਤੁਰ ਗਏ। ਕੁਝ ਸਿੱਖ ਗੁਰੂ ਜੀ ਦੇ ਨਾਲ ਗਏ ਤੇ ਕੁਝ ਮੰਦਰਾਂ ਦੀ ਸੇਵਾ ਵਿੱਚ ਰਹੇ। ਹੁਣ ਭਾਈ ਸਾਈਂ ਦਾਸ ਜੀ ਤੇ ਰਾਮੋ ਫੇਰ ਆਪਣੇ ਗ੍ਰਾਂ ਉਸੇ ਤਰ੍ਹਾਂ ਸਤਸੰਗ ਵਾੜੀ ਲਾਈ ਬੈਠੇ ਹਨ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।